ਜਿਹੜਾ ਅਮਨ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਹੈ, ਮਸ਼ਹੂਰੀਆਂ ਦੇ ਵਿੱਚ ਹੈ। ਇਹ ਘਰ ਜਿੱਥੇ ਅਸੀਂ ਬੈਠੇ ਹਾਂ ਵਿਹੜੇ ਦੇ ਵਿੱਚ, ਆਹ ਜਿਹੜੇ ਦੋ ਬਜ਼ੁਰਗ ਮੇਰੇ ਕੋਲੇ ਬੈਠੇ ਆ, ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ। ਆ ਮਾਤਾ ਪਿਤਾ ਦੇਖ ਲਓ ਜਿਹੜੇ ਬਜ਼ੁਰਗ ਬੈਠੇ ਆ, ਇਹਨਾਂ ਦਾ ਕੀ ਕਸੂਰ, ਇਹਨਾਂ ਦੀ ਕੀ ਗਲਤੀ ਕਿ ਅਮਨ ਦਾ ਨਾਮ ਚਰਚਾ ਦੇ ਵਿੱਚ ਆਉਣ ਤੋਂ ਬਾਅਦ ਇਹਨਾਂ ਤੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਉਹਦੇ ਸਿਰ ਦੀ ਝੂਠੇ ਪਰਚੇ ਪੈਣ ਲੱਗ ਗਏ ਤੇ ਜੀ ਇਹਦੇ ਕਰਕੇ ਸਾਨੂੰ ਪੁਲਿਸ ਨਜਾਇਜ਼ ਤੰਗ ਕਰਨ ਲੱਗ ਗਈ ਜੀ, ਇਹਦੇ ਕਰਕੇ ਅਸੀਂ ਫਿਰ ਇਹ ਕੈਂਸਰ ਦਾ ਮਰੀਜ਼ ਹੈ ਜੀ, ਮੈਂ ਹਾਰਟ ਦੀ। ਆਲੇ ਦੁਆਲੇ ਤਾਂ ਕਹਿੰਦੇ ਨੇ ਜੀ ਵੀ ਤੁਹਾਡਾ ਬੱਚਾ ਗਲਤ ਨਹੀਂ, ਤੂੰ ਕਿਉਂ ਡੋਲਦੀ ਹੈ, ਪਰ ਮੇਰੇ ਮਨ ਨੂੰ ਫਿਰ ਵੀ ਪਛਤਾਵਾ ਹੈ। ਜਦੋਂ ਤੋਂ ਅੰਮ੍ਰਿਤਧਾਰੀ ਹੋਇਆ ਉਸ ਤੋਂ ਬਾਅਦ ਘਰੇ ਪੈਰ ਹੀ ਨਹੀਂ ਪਾਇਆ, ਮਤਲਬ ਘਰੇ ਖੱਟ ਗਿਆ ਹੀ ਨਹੀਂ। ਆਇਆ ਨਹੀਂ ਜੀ, ਪੁਲਿਸ ਵਾਲੇ ਦਾ ਧੱਕੇ ਨਾਲ ਮਨਾਉਂਦੇ ਨੇ ਸਾਨੂੰ। ਪੱਖ 'ਚ ਵੀ ਖੜਦੇ ਆ, ਕਈ ਉਹਦੇ ਖਿਲਾਫ ਵੀ ਹੋਣਗੇ, ਪਰ ਉਹ ਜਿਹੜੀ ਇੱਕ ਮੰਤਰੀ ਨਾਲ ਫੋਟੋ ਆ ਗਈ ਵੱਡੀ, ਉਹ ਬਾਬਾ ਮਾਨ ਸਿੰਘ ਹੁਰੀ ਵੀ ਕੱਲ ਕਹਿੰਦੇ ਵੀ ਅਸੀਂ ਅਮਨ ਨਾਲ ਕੋਈ ਸੰਬੰਧ ਨਹੀਂ ਰੱਖਣਾ ਜਾਂ ਨਹੀਂ ਰੱਖਿਆ ਹੈਗਾ। ਜਿਨ੍ਹਾਂ ਕੋਲ ਛੱਤ ਆਪਣੀ ਨਹੀਂ, ਕੀ ਹਾਲਾਤ ਹੋਣਗੇ ਤੁਸੀਂ ਆਪ ਸਮਝ ਲਓ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ। ਕਿਸਾਨ ਸੰਘਰਸ਼ 11 ਮਹੀਨਿਆਂ ਦੇ ਪੜਾਅ ਦੇ ਉੱਤੇ ਪਹੁੰਚਣ ਵਾਲਾ ਹੈ। ਆਉਂਦੀ 26 ਤਰੀਕ ਨੂੰ ਪੂਰੇ 11 ਮਹੀਨੇ ਹੋ ਜਾਣੇ ਆ ਕਿਸਾਨ ਸੰਘਰਸ਼ ਨੂੰ, ਪੰਜਾਬ ਤੋਂ ਚੱਲ ਕੇ ਦਿੱਲੀ ਦੀਆਂ ਬਰੂਹਾਂ ਬੈਠਿਆਂ ਨੂੰ। ਪਰੰਤੂ ਜਿਹੜੇ ਪਿੰਡ ਦੀ ਤਸਵੀਰ ਤੁਹਾਨੂੰ ਦਿਖਾਈ ਹੈ, ਪੜ੍ਹ ਲਿਆ ਤੁਸੀਂ, ਬੱਬਨਪੁਰ ਸਭ ਤੋਂ ਪਹਿਲਾਂ ਤੁਹਾਨੂੰ ਪਿੰਡ ਦਾ ਇੱਕ ਨਾਮ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਪਿੱਛੇ ਜਿਹੜੀ ਬੈਰੀਗੇਟਿੰਗ ਪਈ ਹੈ ਉਸ ਦੇ ਉੱਤੇ ਟ੍ਰੈਫਿਕ ਪੁਲਿਸ ਧੂਰੀ, ਇਹ ਧੂਰੀ ਦੀ ਹਦੂਦ ਦੇ ਵਿੱਚ ਪੈਂਦਾ ਪਿੰਡ ਹੈ ਬੱਬਨਪੁਰ। ਬੱਬਨਪੁਰ ਪਿੰਡ ਪੰਜਾਬ ਦੇ ਵਿੱਚ ਅਚਾਨਕ ਉਦੋਂ ਸੁਰਖੀਆਂ ਦੇ ਵਿੱਚ ਆ ਗਿਆ ਜਦੋਂ ਦੁਸ਼ਹਿਰੇ ਵਾਲੇ ਦਿਨ ਸਿੰਘੂ ਬਾਰਡਰ ਦੇ ਉੱਤੇ ਸਰਬਲੋਹ ਗ੍ਰੰਥ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਉਂਦੀ ਹੈ। ਉਸ ਬੇਅਦਬੀ ਦੀ ਘਟਨਾ ਦੇ ਵਿੱਚੋਂ ਦੋ ਨਾਮ ਵੱਡੇ ਪੱਧਰ ਦੇ ਉੱਤੇ ਚਰਚਾ ਦੇ ਵਿੱਚ ਆਉਂਦੇ ਨੇ। ਇੱਕ ਮ੍ਰਿਤਕ ਲਖਬੀਰ ਸਿੰਘ ਜਿਹੜਾ ਤਰਨਤਾਰਨ ਦੇ ਚੀਮਾ ਕਲਾਂ ਦਾ, ਦੂਜਾ ਨਾਮ ਅਮਨ ਨਿਹੰਗ ਅਮਨ ਬਾਬਾ ਜਿਹਦਾ ਪਿੰਡ ਬੱਬਨਪੁਰ ਹੈ। ਪਰੰਤੂ ਉਸ ਦੇ ਮਾਪਿਓ ਜਿਹੜੇ ਕਿ ਬੇਹੱਦ ਗਰੀਬ ਹਾਲਾਤਾਂ ਦੇ ਵਿੱਚ ਰਹਿ ਰਹੇ ਆ, ਬਹੁਤ ਮਾੜੇ ਘਰ ਦੇ ਵਿੱਚ ਰਹਿ ਰਹੇ ਆ, ਉਹਨਾਂ ਨੇ ਆਪਣੇ ਉਸ ਪੁੱਤਰ ਅਮਨ ਬਾਬੇ ਨਿਹੰਗ ਨੂੰ ਬੇਦਖਲ ਕੀਤਾ ਹੋਇਆ। ਉਹ ਬੇਦਖਲੀ ਦਾ ਨੋਟਿਸ ਵੀ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆ ਜਾਏਗਾ। ਔਰ ਉਸ ਤੋਂ ਅਗਲੇਰੀ ਗੱਲ, ਜਿੱਦਣ ਤੋਂ ਅਮਨ ਨਿਹੰਗ ਚਰਚਾ ਦੇ ਵਿੱਚ ਆਇਆ, ਕੋਈ ਸਥਿਰ ਜਵਾਬ ਨਹੀਂ ਦੇ ਪਾਏ। ਉਹ ਸਥਿਰ ਜਵਾਬ ਇਸ ਕਰਕੇ 96 ਕਰੋੜੀ ਬੁੱਢਾ ਦਲ ਦੇ ਮੁਖੀ ਬਾਬਾ ਮਾਨ ਸਿੰਘ ਜੀ ਹੋਰਾਂ ਦਾ ਨਾਮ ਲੈ ਕੇ ਜਿਹੜੀਆਂ ਗਤੀਵਿਧੀਆਂ ਅਮਨ ਬਾਬਾ ਕਰ ਰਿਹਾ, ਉਹਨਾਂ ਗਤੀਵਿਧੀਆਂ ਤੋਂ ਬਾਬਾ ਮਾਨ ਸਿੰਘ ਹੋਰਾਂ ਨੇ ਜਿਹੜੇ ਹਜੂਰ ਸਾਹਿਬ ਗਏ ਹੋਏ ਸੀ, ਉਹਨਾਂ ਨੇ ਨਾਤਾ ਤੋੜ ਲਿਆ। ਇਸ ਵਕਤ ਅਸੀਂ ਧੂਰੀ ਦੇ ਹਦੂਦ ਪੈਂਦੇ ਪਿੰਡ ਬੱਬਨਪੁਰ ਇਸ ਕਰਕੇ ਆਏ ਹਾਂ ਤਾਂ ਜੋ ਤੁਹਾਨੂੰ ਉਸ ਪਿੰਡ ਦੀ ਤਸਵੀਰ ਦਿਖਾ ਸਕੀਏ। ਕੋਸ਼ਿਸ਼ ਕਰਾਂਗੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ। ਹਾਲਾਂਕਿ ਜਿੱਦਣ ਦਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ, ਜਿੱਦਣ ਦਾ ਅਮਨ ਨਿਹੰਗ ਜਿਸ ਦੇ ਉੱਤੇ 9 ਕੁਆਂਟਲ ਗਾਂਜੇ ਦਾ ਇੱਕ ਐਕਸਟੈਂਸ਼ਨਲ ਪਰਚਾ ਪਿਆ ਹੋਇਆ ਹੈ, ਮੈਂ ਸਾਫ਼ ਕਰ ਦਿਆਂ, ਸਿੱਧਾ ਪਰਚਾ ਉਸ ਦੇ ਉੱਤੇ ਨਹੀਂ ਹੈ, ਪੁੱਛਗਿੱਛ ਦੇ ਆਧਾਰ ਦੇ ਉੱਤੇ ਐਕਸਟੈਂਸ਼ਨਲ ਪਰਚਾ ਉਸ ਦੇ ਉੱਤੇ ਪਿਆ ਹੋਇਆ। ਹੋਰ ਕਈ ਸਾਰੇ ਪਰਚੇ ਰੋਪੜ ਜੇਲ੍ਹ ਦੇ ਵਿੱਚ ਵੀ ਸ਼ਾਇਦ ਉਹ ਰਹਿ ਕੇ ਆਇਆ ਹੋਇਆ, ਹੋਰ ਕਈ ਸਾਰੀਆਂ ਜੇਲ੍ਹਾਂ ਦਾ ਵੀ ਜ਼ਿਕਰ ਵਿੱਚ ਆ ਰਹੇ ਆ। ਜਿੱਦਣ ਦਾ ਅਮਨ ਨਿਹੰਗ ਸੁਰਖੀਆਂ ਦੇ ਵਿੱਚ ਆਇਆ, ਚਰਚਾ ਦੇ ਵਿੱਚ ਆਇਆ, ਗਤੀਵਿਧੀਆਂ ਦੇ ਵਿੱਚ ਆਇਆ, ਉਦਣ ਦੇ ਇਸ ਪਿੰਡ ਦੇ ਲੋਕ ਚੁੱਪ ਹੋ ਗਏ ਨੇ, ਸ਼ਾਂਤ ਹੋ ਗਏ ਨੇ, ਗੱਲਬਾਤ ਬਹੁਤੀ ਕਰ ਨਹੀਂ ਰਹੇ। ਪਰ ਫਿਰ ਵੀ ਤੁਹਾਨੂੰ ਬੱਬਨਪੁਰ ਪਿੰਡ ਦੀ ਤਸਵੀਰ ਔਰ ਅਮਨ ਨਿਹੰਗ ਦਾ ਘਰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ।
ਇਸ ਵਕਤ ਅਸੀਂ ਪਿੰਡ ਬੱਬਨਪੁਰ ਦੇ ਵਿੱਚ ਹਾਂ ਔਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇਹ ਚੁੱਲ੍ਹੇ ਦੀ ਤਸਵੀਰ ਹੀ ਤੁਹਾਨੂੰ ਦਿਖਾਈ ਜਾਵੇ। ਚੁੱਲ੍ਹੇ ਮਗਦੇ ਹੀ ਚੰਗੇ ਲੱਗਦੇ ਹੁੰਦੇ ਆ। ਚੁੱਲ੍ਹਿਆਂ ਦਾ ਠੰਡਾ ਹੋਣਾ ਬਹੁਤ ਕੁਝ ਬਿਆਨ ਕਰਦਾ ਹੈ। ਤਸਵੀਰ ਦਾ ਦੂਸਰਾ ਪੱਖ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਬੱਬਨਪੁਰ ਜਿੱਦਾਂ ਪਹਿਲਾਂ ਦੱਸਿਆ ਕਿ ਉਦੋਂ ਸੁਰਖੀਆਂ ਦੇ ਵਿੱਚ ਆ ਗਿਆ ਜਦੋਂ ਅਮਨ ਸਿੰਘ ਨਿਹੰਗ ਚਰਚਾ ਦੇ ਵਿੱਚ ਆਇਆ। ਅਮਨ ਸਿੰਘ ਨਿਹੰਗ ਨੇ ਕਿਹਾ ਕਿ ਨਰਿੰਦਰ ਤੋਮਰ ਖੇਤੀਬਾੜੀ ਮੰਤਰੀ ਹੋਰਾਂ ਨੇ ਉਹਨਾਂ ਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਕੀਤੀ, 1 ਲੱਖ ਰੁਪਈਆ ਟਰਾਲੀ ਬਣਾਉਣ ਨੂੰ ਦਿੱਤਾ ਜਾਂ ਉੱਥੇ ਲੰਗਰ ਲਾਉਣ ਲਈ ਦਿੱਤਾ, ਆਪਣੇ ਵੱਲੋਂ ਸੇਵਾ ਸਮਝ ਕੇ। ਸਵਾਲੀਆ ਨਿਸ਼ਾਨ ਬੜੇ ਸਾਰੇ ਲੱਗ ਰਹੇ ਸੀਗੇ ਕਿ ਸ਼ਾਇਦ ਅਮਨ ਹੋਰਾਂ ਨੂੰ ਖਰੀਦ ਲਿਆ ਜਾਂ ਬੜਾ ਕੁਝ ਹੋ ਗਿਆ। ਹਾਲੇ ਉਹ ਤਸਵੀਰ ਸਪਸ਼ਟ ਨਹੀਂ ਹੈਗੀ, ਪਰ ਮੈਂ ਤਸਵੀਰ ਦਾ ਦੂਸਰਾ ਪਾਸਾ ਤੁਹਾਡੇ ਨਾਲ ਇਸ ਕਰਕੇ ਸਾਂਝਾ ਕਰ ਰਹੇ ਹਾਂ ਕਿ ਪਹਿਲੂ ਸਾਰੇ ਰੱਖਣੇ ਜ਼ਰੂਰੀ ਹੁੰਦੇ ਆ। ਜਦੋਂ ਅਸੀਂ ਬੱਬਨਪੁਰ ਪਹੁੰਚੇ ਹਾਂ, ਜਦੋਂ ਕੈਮਰਾ ਔਨ ਕੀਤਾ, ਇਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਹੋਈਆਂ ਨੇ ਸਾਨੂੰ ਸਾਫ਼ ਔਰ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਸੀਗਾ ਕਿ ਹੁਣ ਤੋਂ ਕੁਝ ਦੇਰ ਪਹਿਲਾਂ ਹੀ ਸੀਆਈ ਸਟਾਫ ਆ ਕੇ ਗਿਆ। ਉਹਨਾਂ ਨੇ ਖਾਸ ਤੌਰ 'ਤੇ ਸਖਤ ਹਦਾਇਤਾਂ ਕੀਤੀਆਂ ਨੇ ਕਿ ਕੋਸ਼ਿਸ਼ ਕਰੋ ਘੱਟ ਤੋਂ ਘੱਟ ਬੋਲਿਆ ਜਾਵੇ। ਪਰ ਮੈਂ ਤੁਹਾਨੂੰ ਇਹ ਘਰ ਦਿਖਾ ਦਿੰਦਾ। ਇਹ ਅਮਨ ਸਿੰਘ ਦਾ ਘਰ ਹੈ, ਜਿਹੜਾ ਅੰਮ੍ਰਿਤ ਛਕਣ ਤੋਂ ਬਾਅਦ ਨਿਹੰਗ ਜਥੇਬੰਦੀਆਂ ਦੇ ਵਿੱਚ ਰਲ ਗਿਆ ਸੀ। 2018 ਤੋਂ ਬਾਅਦ ਅਮਨ ਇਸ ਘਰ ਦੇ ਵਿੱਚ ਨਹੀਂ ਆਇਆ। ਉਸ ਦੇ ਬਜ਼ੁਰਗ ਮਾਤਾ ਪਿਤਾ ਇਸ ਘਰ ਦੇ ਵਿੱਚ ਰਹਿੰਦੇ ਆ। ਔਰ ਸਮਾਂ ਦੇਖੋ ਕਿ ਜਿਹੜਾ ਅਮਨ ਅੱਜ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, ਚਾਹੇ ਸ਼ਲਾਘਾ ਕਰਕੇ ਚਾਹੇ ਬਦਨਾਮੀ ਕਰਕੇ, ਦੋਵੇਂ ਪੱਖ, ਚਾਹੇ ਉਸ ਦੀ ਤਾਰੀਫ ਕਰ ਰਹੇ ਹੋਣ ਕੁਝ ਲੋਕ ਤੇ ਭਾਵੇਂ ਉਸ ਦਾ ਵਿਰੋਧ ਕਰ ਰਹੇ ਹੋਣ। ਜਿਹੜਾ ਅਮਨ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਹੈ, ਮਸ਼ਹੂਰੀਆਂ ਦੇ ਵਿੱਚ ਹੈ। ਇਹ ਘਰ ਜਿੱਥੇ ਅਸੀਂ ਬੈਠੇ ਹਾਂ ਵਿਹੜੇ ਦੇ ਵਿੱਚ, ਆਹ ਜਿਹੜੇ ਦੋ ਬਜ਼ੁਰਗ ਮੇਰੇ ਕੋਲੇ ਬੈਠੇ ਆ, ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ। ਮਤਲਬ ਕਿ ਅਮਨ ਸਿੰਘ ਨਿਹੰਗ ਦੇ ਮਾਤਾ ਪਿਤਾ, ਉਸ ਦਾ ਪਰਿਵਾਰ ਜਿੱਥੇ ਰਹਿੰਦਾ ਹੈ, ਛੱਤ ਵੀ ਇਹਨਾਂ ਕੋਲ ਆਪਣੀ ਨਹੀਂ ਹੈ। ਤਰਸ ਦੇ ਆਧਾਰ 'ਤੇ ਪਿੰਡ ਦੇ ਹੀ ਕਿਸੇ ਵਸਨੀਕ ਨੇ ਇਹਨਾਂ ਨੂੰ ਰਹਿਣ ਲਈ ਘਰ ਦਿੱਤਾ ਹੋਇਆ। ਕੋਸ਼ਿਸ਼ ਕਰਦਾ ਗੱਲਬਾਤ ਕਰਨ ਦੀ, ਤੁਹਾਨੂੰ ਅਸਲ ਹਾਲਾਤ ਦਿਖਾਉਣਾ। ਪਾਰ ਨਤਾਰਾ ਸਮੇਂ ਨੇ ਕਰ ਦੇਣਾ ਹੈ, ਪਾਰ ਨਤਾਰਾ ਵਕਤ ਨੇ ਕਰਨਾ ਹੈ, ਸੱਚ ਨੇ ਹਮੇਸ਼ਾ ਸਾਹਮਣੇ ਆਉਣਾ ਹੁੰਦਾ ਹੈ। ਪਰ ਤਸਵੀਰਾਂ ਦੇ ਨਾਲ ਤੁਸੀਂ ਇਹ ਘਰ ਦੇਖ ਲਓ ਤੇ ਆਹ ਮਾਤਾ ਪਿਤਾ ਦੇਖ ਲਓ, ਜਿਹੜੇ ਬਜ਼ੁਰਗ ਬੈਠੇ ਆ। ਇਹਨਾਂ ਦਾ ਕੀ ਕਸੂਰ, ਇਹਨਾਂ ਦੀ ਕੀ ਗਲਤੀ ਕਿ ਅਮਨ ਦਾ ਨਾਮ ਚਰਚਾ ਦੇ ਵਿੱਚ ਆਉਣ ਤੋਂ ਬਾਅਦ ਇਹਨਾਂ ਤੇ ਵੀ ਸਵਾਲ ਚੱਕਣੇ ਸ਼ੁਰੂ ਕਰਤੇ। ਮਾਤਾ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਬੀਬੀ ਕੀ ਨਾਂ ਤੁਹਾਡਾ? ਕਰਮਜੀਤ ਕੌਰ। ਬੀਬੀ ਪਿਛਲੇ 7-8 ਦਿਨਾਂ ਤੋਂ ਤੁਹਾਡੇ ਵਾਸਤੇ ਟਾਈਮ ਥੋੜ੍ਹਾ ਜਿਹਾ ਔਖਾ ਹੋ ਗਿਆ। ਕੀ ਹੋ ਰਿਹਾ ਪਿਛਲੇ ਆਹ ਜਿਹੜੇ 6-7 ਦਿਨਾਂ ਤੋਂ, ਜਿੱਦਾਂ ਦਾ ਅਮਨ ਦਾ? ਤੇ ਤੋਂ ਮੇਰੇ ਤੋਂ ਸੁਣ ਕੇ ਚਰਚਾ ਉਹਦੀ ਸਾਡੇ ਦਿਮਾਗ ਤੇ ਲੋੜ ਪੈ ਰਿਹਾ ਵੀ ਇਹ ਕੀ ਬਣ ਰਿਹਾ। ਬਣ ਕਿਵੇਂ ਗਿਆ ਇਹ? ਸਾਨੂੰ ਕੋਈ ਪਤਾ ਨਹੀਂ ਜੀ ਵੀ ਕਿਵੇਂ ਬਣਿਆ, ਕੀ ਬਣਾਉਂਦਾ ਕੀ ਨਾ ਬਣਾਉਂਦਾ। ਮੈਂ ਤਾਂ ਜੀ ਹਾਰਟ ਦੀ ਮਰੀਜ਼ ਹਾਂ, ਡਾਕਟਰ ਦਾ ਮੇਰਾ ਬੰਦ ਕਰਿਆ ਬੋਲਣਾ। ਬੀਬੀ ਕਦੋਂ ਆਇਆ ਸੀਗਾ? ਹੁਣ ਤਾਂ ਜੀ ਬਹੁਤ ਸਾਲ ਹੋ ਗਏ ਜੀ ਉਹਨੂੰ ਪਿੰਡ ਛੱਡੇ। ਫਿਰ ਤੁਹਾਨੂੰ ਬੇਦਖਲ ਕਿਉਂ ਕਰਨਾ ਪਿਆ ਸੀ ਅਮਨ ਨੂੰ? ਉਹਦੇ ਸਿਰ ਦੀ ਝੂਠੇ ਪਰਚੇ ਪੈਣ ਲੱਗ ਗਏ ਤੇ ਜੀ ਇਹਦੇ ਕਰਕੇ ਸਾਨੂੰ ਪੁਲਿਸ ਨਜਾਇਜ਼ ਤੰਗ ਕਰਨ ਲੱਗ ਗਈ ਜੀ। ਇਹਦੇ ਕਰਕੇ ਅਸੀਂ ਫਿਰ ਨਹੀਂ ਬੀਬੀ, ਗਰੀਬ ਆਦਮੀ ਦੀ ਕਿਹਦੇ ਨਾਲ ਕੀ ਦੁਸ਼ਮਣੀ? ਗਰੀਬ ਆਦਮੀ ਦੀ ਤਾਂ ਗਰੀਬੀ ਉਹ ਦੁਸ਼ਮਣ ਬਣ ਜਾਂਦੀ ਹੈ। ਫਿਰ ਤੁਹਾਡੇ ਤੇ ਮਤਲਬ ਉਹ ਤੇ ਪਰਚੇ ਕਿਉਂ ਝੂਠੇ? ਬਸ ਜੀ ਕਿਸੇ ਨੇ ਜਿਵੇਂ ਹੁਣ ਨਾਂ ਧਰਤਾ, ਇਕਣੀ ਨਾਂ ਧਰਤਾ ਜੀ। ਇਹ ਵੀ ਬੀਬੀ ਚਾਲ ਲੱਗਦੀ ਹੈ? ਹਾਂਜੀ ਚਾਲ ਹੈ, ਸੱਚੀ ਚਾਲ ਹੈ ਜੀ। ਗੁਜ਼ਾਰਾ ਕਿਵੇਂ ਚੱਲ ਰਿਹਾ? ਗੁਜ਼ਾਰਾ ਜੀ ਪਹਿਲਾਂ ਮੈਂ ਸਕੂਲ 'ਚ ਲੱਗੀ ਹੋਈ ਸੀ ਜੀ, ਹੁਣ ਮੇਰੇ ਤੋਂ ਸਕੂਲ 'ਚ ਲਾਣੇਦਾਰ ਨਰੇਗੇ 'ਚ ਜਾਂਦਾ ਜੀ। ਇਹ ਕੈਂਸਰ ਦਾ ਮਰੀਜ਼ ਹੈ ਜੀ, ਮੈਂ ਹਾਰਟ ਦੀ ਹਾਂ। ਸਾਡਾ ਕੋਈ ਸੰਬੰਧ ਨਹੀਂ ਜੀ, ਕੋਈ ਖਾਣੇ ਪੀਣੇ ਦਾ ਗੌਰਮੈਂਟ ਕਣਕ ਭੇਜ ਦਿੰਦੀ ਹੈ ਜੀ। ਟਮਾਟਰ ਪਾਈ ਕੋਈ ਦਵਾਈ ਨੂੰ ਪੈਸਾ ਦੇ ਜਾਂਦਾ, ਕੁਛ ਪੈਨਸ਼ਨ ਮਿਲ ਜਾਂਦੀ ਹੈ ਜੀ। ਬਸ ਪਰਮਾਤਮਾ ਗੁਜ਼ਾਰਾ ਕਰਨ ਵਾਲਾ। ਬੀਬੀ ਹੁਣ ਤਾਂ ਉਹ ਮੋਬਾਈਲਾਂ ਦਾ ਟਾਈਮ ਆ ਗਿਆ ਹੈ ਨਾ। ਰੋਜ਼ ਉਹ 'ਚ ਆਪਾਂ ਸਾਰੀਆਂ ਖਬਰਾਂ ਦੇਖਦੇ ਆ, ਲੋਕ ਵੀ ਦਿਖਾ ਦਿੰਦੇ ਹੋਣਗੇ, ਪਿੰਡ ਵਾਲੇ ਵੀ ਦਿਖਾ ਦਿੰਦੇ ਹੋਣਗੇ। ਜਿੱਦਣ ਦਾ ਅਮਨਾ ਚਰਚਾ ਦੇ ਵਿੱਚ ਆਇਆ, ਪਿੰਡ ਵਾਲੇ ਕੀ ਕਹਿੰਦੇ ਆ ਆਪਣੇ ਆਲੇ ਦੁਆਲੇ, ਆਂਢ ਗੁਆਂਢ? ਆਲੇ ਦੁਆਲੇ ਤਾਂ ਕਹਿੰਦੇ ਨੇ ਜੀ ਵੀ ਤੁਹਾਡਾ ਬੱਚਾ ਗਲਤ ਨਹੀਂ, ਤੂੰ ਕਿਉਂ ਡੋਲਦੀ ਹੈ। ਪਰ ਮੇਰੇ ਮਨ ਨੂੰ ਫਿਰ ਵੀ ਪਛਤਾਵਾ ਹੈ ਵੀ ਨਾਲੇ ਤਾਂ ਖਾਨੀ ਕਿੱਦਾਂ ਤੂੰ ਘਰੋਂ ਨਿਕਲਿਆ, ਨਾਲੇ ਫਿਰ ਵੀ ਕੁਛ ਘਰੇ ਨਹੀਂ ਬਣਾਇਆ, ਨਾਲੇ ਲੋਕਾਂ ਤੋਂ ਚਰ ਕਰਾਈ।
ਲੋਕ ਤਾਂ ਇਹ ਕਹਿੰਦੇ ਹੁਣ ਖਮਣੀ ਕਿੰਨਾ ਕੁ ਵੀ ਬਣਾ ਲਿਆ। ਕਿੰਨਾ ਕੁ ਪੈਸਾ ਦਿੰਦਾ, ਪੁਲਿਸ ਵਾਲੇ ਕਹਿ ਕੇ ਗਏ ਤੇ ਜੀ, ਮੈਂ ਸਾਡੇ ਕੋਲ ਕੀ ਦਿੰਦਾ ਜੀ, ਅਸੀਂ ਤਾਂ ਭੁੱਖੇ ਮਰਦੇ ਆ। ਸਾਡੇ ਕੋਲ ਕੀ ਹੈ ਜੀ, ਬਦਨਾਮੀ ਵੀ ਹੋਈ, ਖੱਟਿਆ ਵੀ ਕੁਛ ਨਹੀਂ। ਖੱਟਿਆ ਵੀ ਕੁਛ ਨਹੀਂ। ਬੀਬੀ ਆਸ ਹੈ, ਕੋਈ ਨਹੀਂ, ਹੌਸਲਾ ਤਾਂ ਰੱਖਣਾ ਪੈਂਦਾ। ਆਸ ਹੈ ਵੀ ਪਾਰ ਨਤਾਰਾ ਹੋ ਜੂ, ਸੱਚ ਸਾਹਮਣੇ ਆ ਜੂ। ਪਰਮਾਤਮਾ ਨੇ ਕਰਨਾ ਜੀ, ਜੇ ਮੇਰਾ ਪੁੱਤ ਝੂਠਾ ਹੋਊਗਾ ਨਹੀਂ ਹੋਊ, ਜੇ ਸੱਚ ਦਾ ਹੋਊਗਾ ਹੋ ਜੂ, ਆਪੇ ਮਾਲਕ ਕਰੂ। ਬਾਬਾ ਹਿੰਮਤ ਸਿੰਘ ਜੀ ਆਪੇ ਕਰਨਗੇ, ਜਿਨ੍ਹਾਂ ਦੇ ਲੜ ਲੱਗਿਆ ਆਪੇ ਕਰਨਗੇ। ਮੈਂ ਨਾ ਆਫ ਦਾ ਕੈਮਰਾ ਜਦੋਂ ਪਹਿਲਾਂ ਗੱਲ ਕਰ ਰਿਹਾ ਸੀਗਾ ਬੀਬੀ ਹੋਰਾਂ ਨਾਲ, ਉਦੋਂ ਬਾਪੂ ਨੇ ਮੈਨੂੰ ਦੱਸਿਆ ਕਿ ਬੋਰਾਂ ਦਾ ਕੰਮ ਕਰਦੇ ਸੀਗੇ ਪਿੰਡ ਦੇ ਵਿੱਚ ਨਾ। ਬਾਪੂ ਹੋਰੀ ਪਿੰਡ 'ਚ ਨਹੀਂ, ਆਪਣੇ ਆਲੇ ਦੁਆਲੇ ਇਲਾਕੇ ਦੇ ਵਿੱਚ ਇਹ ਲਾਣੇਦਾਰ ਹੋਰੀ, ਅਮਨ ਆਪ ਜਿਹੜੇ ਬੋਰ ਕਰਦੇ ਹੁੰਦੇ ਆ। ਬਾਪੂ ਕਿੰਨੀ ਦੇਰ ਕੰਮ ਕੀਤਾ ਬੋਰਾਂ ਦਾ ਤੁਸੀਂ? 2-3 ਸਾਲ ਕੰਮ ਕੀਤਾ ਜੀ ਉਹ। ਅਮਨਾ ਵੀ ਨਾਲ ਹੁੰਦਾ ਸੀ? ਹਾਂ ਜੀ, ਹਾਂ ਨਾਲ ਹੁੰਦੇ ਤੇ 2 ਹੀ ਮੁੰਡੇ ਮੇਰੇ ਨਾਲ ਹੁੰਦੇ ਤੇ ਮੇਰੇ, ਤੇ ਉਹਨੇ ਅੰਮ੍ਰਿਤ ਛਕੜਿਆ। ਬਸ ਉਸ ਤੋਂ ਬਾਅਦ ਮੈਂ ਫਿਰ ਉਹਦਾ ਗਏ ਦਾ ਹੀ ਨਹੀਂ ਪਤਾ ਲੱਗਿਆ ਵੀ ਕਦੋਂ ਤੁਰ ਗਿਆ ਡਿੰਗਾ ਨਾਲ। ਅੰਮ੍ਰਿਤ ਵੀ ਬਾਪੂ ਇੱਥੇ ਪਿੰਡ 'ਚ ਹੀ ਛਕਿਆ ਸੀ? ਇੱਥੇ ਆਏ ਹੋਏ ਸੀ ਨਿਹੰਗ ਸਿੰਘ ਜਾਂ ਕਿਤੇ ਹੋਰ ਜਾ ਕੇ? ਨਿੰਗ ਸਿੰਘ ਤਾਂ ਜੀ ਇੱਥੇ ਢੇਡਰੀਆਂ ਵਾਲੇ ਦੇ ਨਾਲ ਤੀ ਜੀ ਉਹ। ਅੱਛਾ ਜੀ। ਕਬੱਡੀ ਖੇਲਦਾ ਸੀ ਪੁੱਤ, ਕਬੱਡੀ ਖੇਲਦਾ ਸੀ ਪਹਿਲਾਂ ਇੱਥੇ ਪਿੰਡ ਵਾਲਿਆਂ ਨਾਲ ਹੀ? ਹਾਂਜੀ। ਇਹ ਜਿਹਾ ਫਿਰ ਹਾਂ ਹਾਂ ਜਿਵੇਂ ਆਪਣੇ ਲਾਉਂਦੇ ਨੇ ਵੀ ਉੱਥੇ ਫਲਾਣੇ ਥਾਵੇਂ ਖੇਡਾਂ ਨੇ, ਟੂਰਨਾਮੈਂਟ, ਐਂ ਜਾਂਦਾ ਹੁੰਦਾ ਤੀ ਜੀ। ਬਸ ਖਬਰ ਕੀ ਵਧੀ ਉੱਠੀ ਆ ਮਨ ਦੇ ਵਿੱਚ, ਅੰਮ੍ਰਿਤ ਛਕੜਿਆ ਤੂੰ ਮੁੜ ਕੇ ਨਹੀਂ ਫਿਰ ਹੱਥ ਲੱਗਿਆ। ਜਦੋਂ ਤੋਂ ਅੰਮ੍ਰਿਤਧਾਰੀ ਹੋਇਆ ਉਸ ਤੋਂ ਬਾਅਦ ਘਰੇ ਪੈਰ ਹੀ ਨਹੀਂ ਪਾਇਆ, ਮਤਲਬ ਘਰੇ ਖੱਟ ਗਿਆ ਹੀ ਨਹੀਂ? ਨਾ ਆਇਆ ਨਹੀਂ ਜੀ। ਹੁਣ ਪੁਲਿਸ ਵਾਲੇ ਦਾ ਧੱਕੇ ਨਾਲ ਮਨਾਉਂਦੇ ਨੇ ਸਾਨੂੰ, ਵੀ ਕਹਿਣ ਵੀ ਆਇਆ, ਜਾਂ ਇਹ ਨਹੀਂ ਅਸੀਂ ਕਹੀਏ ਕਿਵੇਂ। ਇਹ ਗੱਲ ਆ। ਬੇਦਖਲੀ ਵੀ ਫਿਰ ਮਜਬੂਰੀ 'ਚ ਕਰਨੀ ਪਈ? ਮਜਬੂਰੀ ਚ ਕਰੀਆ ਜੀ, ਖਹਿੜਾ ਛਡਾਉਣ ਦਾ ਇੱਕ ਤਰ੍ਹਾਂ। ਖੈੜਾ ਛਡਾਉਣ ਦਾ ਮਾਰਾ ਜੀ। ਜਦੋਂ ਬਾਹਲੇ ਮਾਰਨ ਲੱਗ ਗਏ ਤੇ ਛੋਟੀਆਂ ਉਗਰਨ ਲੱਗ ਗਏ ਤੇ ਕੱਲੀ ਉਹਦੀ ਜੀ ਮੈਂ ਘਰੇ। ਅੱਛਾ, ਤੁਹਾਡੇ ਤੇ ਵੀ ਸੋਟੀਆਂ ਉਗਰਨ ਲੱਗ ਜਾਂਦੇ ਸੀਗੇ? ਮੇਰੇ ਤੇ ਜੀ, ਮੇਰੇ ਤੇ ਖੁਦ 3 ਮੋਬਾਈਲ ਲੈ ਕੇ ਤੇ ਚੱਕ ਕੇ ਕਰੋ। ਵੀ ਸ਼ਾਇਦ ਇਹ ਤੁਹਾਡੇ ਨਾਲ ਗੱਲ ਹੁੰਦੀ ਹੋਵੇ। ਹਾਂਜੀ। ਤੇ ਕਿ ਡੋਡੀ ਇੱਕ ਮੇਰਾ ਕਨਵਰਟ ਆਇਆ ਹੋਇਆ ਸੀ, ਉਹ ਚਾਰਜ ਤੇ ਲਾ ਕੇ ਦੂਸਰੇ ਘਰੇ ਵਗ ਗਿਆ, ਵਿੱਚ ਹੀ ਉਹਦਾ ਲੈ ਗਏ। ਵਿੱਚ ਹੀ 2 ਘਰੇ ਇੱਕ ਕੁੜੀ ਆਈ ਹੋਈ ਸੀ ਮੇਰੀ ਬੜੀ, ਉਹਦਾ ਵੀ ਮੋਬਾਈਲ ਵਿੱਚ ਹੀ ਲੈ ਗਏ। ਤਿੰਨ ਮੋਬਾਈਲ ਲੈ ਗਏ ਪੁਲਿਸ ਵਾਲੇ, ਚੱਕ ਜਿਹੜੇ ਇਕੱਠੇ ਮੋਬਾਈਲ ਚੱਕੇ ਨਹੀਂ ਜੇ 3। ਬਾਪੂ ਪਤਾ ਲੱਗਿਆ ਤੁਹਾਨੂੰ ਕੈਂਸਰ ਦੀ ਬਿਮਾਰੀ ਵੀ ਹੈ? ਕੈਂਸਰ ਦੀ ਹੈਗੀ ਆ ਜੀ। ਕਿੱਥੋਂ ਚੱਲ ਰਿਹਾ ਇਲਾਜ ਲੂਜ? ਇਹ ਫਰੀਦਕੋਟ ਤੋਂ ਚੱਲਿਆ ਜੀ। ਬਾਬਾ ਫਰੀਦ ਹਸਪਤਾਲ ਹੈ ਉੱਥੇ। ਹਾਂ ਉੱਥੋਂ ਚੱਲਿਆ। ਬਾਪੂ ਜਿੱਦਾਂ ਦੀਆਂ ਖਬਰਾਂ ਸੁਣੀਆਂ ਨੇ, ਜਿੱਦਾਂ ਉਹ ਉੱਥੇ ਆਪਣੇ ਸਿੰਘੂ ਮੋਰਚਾ, ਜਿੱਥੇ ਕਿਸਾਨਾਂ ਦਾ ਮੋਰਚਾ ਲੱਗਿਆ, ਜਿੱਦਾਂ ਉਹ ਬੰਦਾ ਬੇਅਦਬੀ ਕਰਦਾ ਫੜਿਆ ਜਾਂਦਾ, ਮਤਲਬ ਜਿੱਦਾਂ ਅਮਨ ਚਰਚਾ ਦੇ ਵਿੱਚ ਆਇਆ, ਉਦੋਂ ਤੋਂ ਫਿਰ ਕੀ ਲੋਕ ਕੀ ਕਹਿੰਦੇ ਨੇ ਤੁਹਾਡੇ ਮਨ 'ਚ? ਪਿਓ ਦੇ ਮਨ 'ਚ ਕੁਝ ਚੱਲਦਾ ਹੁੰਦਾ, ਪਿਓ ਨੇ ਮੋਢਿਆਂ ਤੇ ਖੜਾਇਆ ਹੁੰਦਾ ਹੈ ਜੀ। ਤੁਹਾਡੇ ਮਨ 'ਚ ਕੀ ਚੱਲਦਾ ਉਦੋਂ ਦਾ, ਜਿੱਦਾਂ ਦਾ? ਸਾਡੇ ਤਾਂ ਜੀ ਐ ਵੀ ਝੂਠਾ ਗੱਲ ਬਣਾ ਕੇ ਛੱਡਤੇ ਜੀ। ਇਹ ਸਾਡਾ ਤਾਂ ਬੱਚਾ ਹੈ ਨਹੀਂ ਤੇ ਇਹੋ ਜਿਹਾ। ਇਹ ਰੌਲਾ ਕਾਹਦਾ ਲੱਗਦਾ? ਵੋਟਾਂ ਦਾ? ਵੋਟਾਂ ਦਾ ਰੌਲਾ ਜੀ, ਇਹ ਸਾਰਾ ਵੋਟਾਂ ਦੇ ਪੈਂਦਾ ਕੱਚਾ ਉੱਥੇ, ਹੋਰ ਕੋਈ ਗੱਲ ਨਹੀਂ ਹੈ ਜੀ। ਨਹੀਂ, ਜਿਵੇਂ ਉਹਦੀ ਬਾਪੂ ਫੋਟੋ ਆ ਰਹੀ ਆ, ਉਹ ਫੋਟੋ ਕਰਕੇ ਸਵਾਲ ਨੇ। ਮੈਂ ਤਾਂ ਹੀ ਕਿਹਾ ਸੀ ਵੀ ਕਈ ਉਹਦੇ ਹੱਕ 'ਚ ਵੀ ਨੇ, ਪੱਖ 'ਚ ਵੀ ਖੜਦੇ ਆ, ਕਈ ਉਹਦੇ ਖਿਲਾਫ ਵੀ ਹੋਣਗੇ, ਪਰ ਉਹ ਜਿਹੜੀ ਇੱਕ ਮੰਤਰੀ ਨਾਲ ਫੋਟੋ ਆ ਗਈ ਵੱਡੀ, ਉਹ ਐਂ ਆਈ ਆ ਜਿਵੇਂ ਹੁਣ ਆਪਾਂ 2 ਇਕੱਠੇ ਹੋ ਜੀ। ਮੈਂ ਕਹਿੰਦਾ ਵੀ ਚੱਲ ਆਪਾਂ ਫੋਟੋ ਦਿਖਾ ਲੈਂਦੇ ਭਾਈ, ਹੈ ਉਹ ਐਕਣ ਕੰਮ ਬਣਿਆ ਹੋਇਆ। ਜੇ ਇਹਨਾਂ ਦੇ 16 ਹੋਈ ਤਾਈਆਂ ਫੋਟੋ ਲਈ ਆ ਨਾ, ਚੰਦਾ ਨਹੀਂ ਗੱਲ। ਉਹ ਨਹੀਂ ਫੋਟੋ ਲੈਂਦੀ ਹੁੰਦੀ। ਬਾਪੂ ਕੀ ਕਹਿਣਾ ਜਿਹੜੇ ਤੁਹਾਨੂੰ ਦੇਖ ਰਹੇ ਨੇ, ਇੱਕ ਬਜ਼ੁਰਗ ਹੋਣ ਦੇ ਨਾਤੇ, ਅਮਨ ਦੇ ਮਾਪਿਓ ਹੋਣ ਦੇ ਨਾਤੇ ਤੁਹਾਡਾ ਕਹਿਣਾ ਕੀ ਹੈ? ਕਹਿਣਾ ਤਾਂ ਜੀ ਐਂ ਆ ਵੀ ਬਸ ਹੁਣ ਮਹਾਰਾਜ ਨੇ ਨਿਬੇੜਨੀ ਆ, ਵੀ ਪੈਣੀ ਨਹੀਂ ਚਾਹੀਦੀ, ਬੇਹੱਕੀ ਗੱਲ ਆ ਇਹ ਸਾਰੀ। ਦੇਖੋ ਤੁਸੀਂ ਵੀ ਦੇਖਦੇ ਹੋ ਸਾਨੂੰ ਇੱਥੇ ਆਲੇ ਦੁਆਲੇ, ਚੰਦਾ ਨਹੀਂ ਗੱਲ। ਬਾਪੂ ਸਾਜ਼ਿਸ਼ ਹੈ ਇਹ ਸਾਰੀ ਲੱਗ ਰਹੀ, ਅਮਨ ਨੂੰ ਵਿੱਚ ਘੜੀਸਿਆ ਜਾਣਾ, ਉਹਦੀ ਮੰਤਰੀ ਨਾਲ ਮੁਲਾਕਾਤ ਕਰਵਾਉਣੀ, ਮੁਲਾਕਾਤ ਕਰਵਾ ਕੇ ਉਹ ਫੋਟੋਆਂ ਸਾਹਮਣੇ ਆਉਣੀਆਂ। ਇਹ ਸਾਰੀ ਸਿਆਸਤ ਬਣੀ ਹੋਈ ਹੈ ਜੀ ਇਹਨਾਂ ਦੀ। ਤੁਹਾਨੂੰ ਗੱਲ ਦੱਸਾਂ, ਵੋਟਾਂ ਦੇ ਮਸਲੇ ਬਣਾਏ ਹੋਏ ਨੇ ਇਹਨਾਂ ਦੇ। ਤੁਹਾਨੂੰ ਸ਼ਾਇਦ ਪਤਾ ਨਹੀਂ, ਪਰ ਮੈਂ ਦੱਸ ਦਿੰਦਾ ਕਿ ਜਿਹੜੇ ਜਥੇਬੰਦੀ ਨਾਲ ਉਹ ਜੁੜੇ ਹੋਏ ਨੇ ਨਿਹੰਗ ਸਿੰਘਾਂ ਨਾਲ, ਬਾਬਾ ਮਾਨ ਸਿੰਘ ਹੁਰੀ ਵੀ ਕੱਲ ਕਹਿੰਦੇ ਵੀ ਅਸੀਂ ਅਮਨ ਨਾਲ ਕੋਈ ਸੰਬੰਧ ਨਹੀਂ ਰੱਖਣਾ ਜਾਂ ਨਹੀਂ ਰੱਖਿਆ ਹੈਗਾ।
ਸੰਬੰਧ ਤਾਂ ਆਏ ਆ ਜੀ, ਹੁਣ ਜਦ ਪਹਿਲਾਂ ਰੱਖਦਾ ਤੀ ਉਹ, ਹੁਣ ਉਹ ਆਪੇ ਮੁੱਕਰਨਾ ਜਦੋਂ ਦੀਂਦਾ ਉਹਨੇ ਮੂਹਰੇ ਵੀ ਡੈਂਡਕਾ ਖਬਰ ਉਹਨੇ ਰੁਪਈਏ ਲੈ ਲਏ ਹੁਣ ਸੁਣ ਨਹੀਂ ਗੱਲ। ਇਹ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਇਸ ਤੋਂ ਬਾਅਦ ਗੱਲਬਾਤ, ਕਿਉਂਕਿ ਇੰਨੀ ਕੁ ਗੱਲਬਾਤ ਕਰਨ ਲਈ ਵੀ ਮੈਂ ਨਾ ਬਜ਼ੁਰਗਾਂ ਨੂੰ ਬਹੁਤ ਔਖੇ ਮਨਾਇਆ। ਉਹ ਇਸ ਕਰਕੇ ਕਿਉਂਕਿ ਜੀ ਤੇ ਬੀਤ ਰਹੀ ਹੁੰਦੀ ਆ, ਪਤਾ ਅਸਲ 'ਚ ਉਹਨੂੰ ਹੁੰਦਾ। ਆਪਾਂ ਤਾਂ ਇੱਥੇ ਬੈਠ ਕੇ ਗੱਲਾਂ ਕਰ ਸਕਦੇ ਹਾਂ। ਆਹ ਚਿੱਠੇ ਆ ਜੀ, ਆਹ ਚਿੱਠੇ ਦੇਖ ਲਓ। ਗਿਆਨ ਸਿੰਘ ਬਾਪੂ ਜੀ ਦਾ ਨਾਂ ਆ। ਜਿਹੜੀ ਇੱਕ FIR ਦੀ ਕਾਪੀ ਵੀ ਸਾਡੇ ਕੋਲ ਜਿਹੜੀ ਘੁੰਮ ਰਹੀ ਆ 2018 ਦੀ ਐਕਸਟੈਂਸ਼ਨਲ FIR ਆ, ਜਿਹਦੇ ਵਿੱਚ ਉਹਦੇ ਵਿੱਚ ਵੀ ਗਿਆਨ ਸਿੰਘ ਨਾਮ ਹੈ, ਅਮਨ ਸਿੰਘ ਸਨ of ਗਿਆਨ ਸਿੰਘ। ਇਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ ਫਰੀਦਕੋਟ ਤੋਂ ਇਹਨਾਂ ਦਾ ਜਿਹੜਾ ਕੈਂਸਰ ਦਾ ਟ੍ਰੀਟਮੈਂਟ ਹੈ ਉਹ ਚੱਲ ਰਿਹਾ। ਬੇਹੱਦ ਨਾਜ਼ੁਕ ਘਰ ਦੇ ਹਾਲਾਤ, ਜਿਨ੍ਹਾਂ ਕੋਲ ਛੱਤ ਆਪਣੀ ਨਹੀਂ, ਕੀ ਹਾਲਾਤ ਹੋਣਗੇ ਤੁਸੀਂ ਆਪ ਸਮਝ ਲਓ। ਕੈਂਸਰ ਦੇ ਪੇਸ਼ੈਂਟ ਆ ਬੈਠੇ ਆ, ਇੱਕ ਪਾਸੇ ਆ ਬੈਠੇ ਆ। ਅਸੀਂ ਸਿਰਫ ਉਹਨਾਂ ਗੱਲਾਂ ਦੇ ਉੱਤਰ ਲੱਭਣ ਦੇ ਲਈ ਪਹੁੰਚੇ ਸੀ ਜਿਹੜੀਆਂ ਗੱਲਾਂ ਐ ਸਾਹਮਣੇ ਚੱਲਦੀਆਂ ਨੇ ਕਿ ਪਤਾ ਨਹੀਂ ਕੀ ਬਣਾ ਲਿਆ ਹੋਊਗਾ ਸ਼ਾਇਦ, ਹੈ ਨਾ, ਵੀ ਅਮਨ ਨੇ ਆਪਣੇ ਘਰ 'ਚ ਪਤਾ ਨਹੀਂ ਕੀ ਕੁਝ ਭੇਜਤਾ ਹੋਊਗਾ। ਪਰ ਮੈਂ ਤੁਹਾਨੂੰ ਤਸਵੀਰ ਦਾ ਦੂਸਰਾ ਪਾਸਾ ਦਿਖਾਉਣ ਲਈ ਹੀ ਬੱਬਨਪੁਰ ਅਤੇ ਇਸ ਪਿੰਡ ਲੈ ਕੇ ਆਇਆ। ਇਹਨਾਂ ਬਜ਼ੁਰਗਾਂ ਨਾਲ ਗੱਲਬਾਤ ਕਰਾਉਣ ਦਾ ਮਤਲਬ ਹੀ ਸਿਰਫ ਇੰਨਾ ਸੀ ਕਿ ਉਹ ਅਮਨ ਨਿਹੰਗ ਜਿਹੜਾ ਇਸ ਵਕਤ ਪੂਰੀ ਦੁਨੀਆ 'ਚ ਮਸ਼ਹੂਰ ਹੈ, ਉਸ ਦੇ ਘਰ ਦੇ ਅਸਲ ਹਾਲਾਤ ਇਹ ਨੇ। ਇਹ ਉਹਨੂੰ ਵੀ ਸੋਚਣਾ ਚਾਹੀਦਾ ਸੀ। ਇਹ ਸਵਾਲ ਮੇਰਾ ਹੈ ਕਿ ਬੇਸ਼ੱਕ ਅਸੀਂ ਦੁਨੀਆਦਾਰੀ ਤੋਂ ਮੁਨਕਰ ਹੋ ਜਾਈਏ, ਬੇਸ਼ੱਕ ਅਸੀਂ ਭਗਤੀ ਦੀਆਂ ਗੱਲਾਂ ਕਰ ਲਈਏ, ਪਰਮਾਤਮਾ ਨੂੰ ਪਾਉਣ ਦੀਆਂ ਗੱਲਾਂ ਕਰ ਲਈਏ, ਸ਼ਕਤੀ ਦੀਆਂ ਗੱਲਾਂ ਕਰ ਲਈਏ, ਪਰ ਬਈ ਸਾਨੂੰ ਤਾਂ ਲੱਗਦਾ ਹੈ ਕਿ ਅਸਲ ਭਗਤੀ ਤੇ ਅਸਲ ਸ਼ਕਤੀ ਤਾਂ ਉਹੀ ਹੈ ਜੇ ਆਪਣੇ ਘਰ 'ਚ ਰਹਿ ਕੇ ਆਪਣੇ ਮਾਂ-ਬਾਪ ਦੀ ਸੇਵਾ ਕਰ ਲਈਏ। ਬੇਬੇ ਜੇ ਇੱਥੇ ਘਰੇ ਰਹਿ ਕੇ ਸੇਵਾ ਕਰ ਲੈਂਦਾ, ਮੈਂ ਕਹਿੰਦਾ ਉਹੀ ਨਾ ਰੱਬ ਮਿਲ ਜਾਂਦਾ। ਉਹੀ ਮਿਲਦਾ ਪੁੱਤ, ਮਿਲਦਾ। ਮਾਂ ਪਿਓ ਦੀ ਉਹ ਜਿਹੜੀ ਤੜਫਾ ਕੇ ਤਾਂ ਫਿਰ ਮਾਂ ਤਾਂ ਫੇਰ ਵੀ ਨਹੀਂ ਦਰਸੀਸ ਦਿੰਦੀ, ਪੁੱਤ ਕਰ ਜਾਂਦਾ, ਮਾਂ ਤੋਂ ਨਹੀਂ ਹੁੰਦਾ। ਮੈਂ ਤਾਂ ਹੁਣ ਆ ਕਹਿੰਦੇ ਵੀ ਜੇ ਮੈਨੂੰ ਉੱਥੇ ਮੈਂ ਜਾ ਸਕਦੀ ਹੋਵਾਂ, ਮੈਂ ਉੱਥੇ ਜਾਵਾਂ ਵੀ ਪੁੱਛਾਂ ਕੀ ਕੱਟ ਲਿਆ। 10 ਸਾਲ ਘਰੋਂ ਨਿਕਲ ਕੇ ਕੀ ਕੱਟ ਲਿਆ। ਪਣੋਈਆ ਮੁੱਕ ਗਿਆ, ਤੀਤਾ ਨਹੀਂ ਆਇਆ ਪੁੱਤ, ਵਿਧਵਾ ਹੋ ਗਈ ਤੀ ਕੁੜੀ। ਉਦੋਂ ਵੀ ਨਹੀਂ ਪਹੁੰਚਿਆ ਕੋਈ ਸੁਨੇਹਾ ਸਨੂਹਾ ਤਾਂ ਲਾਇਆ ਹੋਊਗਾ ਵੀ ਭਾਈ ਐਂ। ਪਤਾ ਹੀ ਨਹੀਂ ਪੁੱਤ ਸੁਨੇਹਾ ਕਿੱਥੇ ਲਾਉਂਦੇ, ਰੋ ਕੇ ਬਹਿ ਗਈ। ਇਹ ਚਮਕੌਰ ਸਾਹਿਬ ਕਦੋਂ ਬਾਪੂ, ਸਾਨੂੰ ਨਹੀਂ ਕਦੋਂ ਮਤਲਬ ਚਮਕੌਰ ਸਾਹਿਬ ਦਾ ਜ਼ਿਕਰ ਕਰਦੇ ਨੇ ਵੀ ਚਮਕੌਰ ਸਾਹਿਬ ਛਾਉਣੀਆਂ ਦੇ ਵਿੱਚ ਰਹਿੰਦਾ। ਛਾਉਣੀ ਮਤਲਬ ਜਿਹੜੇ ਨਿਹੰਗ ਸਿੰਘਾਂ ਦੀ ਛਾਉਣੀ ਆ। ਰਹਿੰਦਾ ਕੋਈ, ਸਾਨੂੰ ਕੋਈ ਪਤਾ। ਤੁਹਾਨੂੰ ਨਹੀਂ ਪਤਾ? ਸਾਨੂੰ ਜੀ ਸੋਹਣੀਆਂ ਦਾ ਪਤਾ ਹੈਗਾ। ਨਾ ਤੇ ਪਤਾ ਹੀ ਨਹੀਂਗਾ ਵੀ ਕਿੱਥੇ ਰਹਿੰਦਾ, ਖਬਰਾਂ ਸੌਣੀ 'ਚ ਰਹਿੰਦਾ, ਕਿੱਥੇ ਰਹਿੰਦਾ ਉਹ ਤੇ ਪਤਾ ਹੀ ਨਹੀਂ ਆਪਾਂ ਨੂੰ ਜਵਾਕ ਦਾ। ਹੁਣ ਨਹੀਂ ਗੱਲ ਆ ਦਿੱਲੀ ਦੇ ਸੁਣਿਆ ਵੀ ਦਿੱਲੀ ਹੈਗਾ ਕਿਲੋ ਬਾਪੂ ਆਪ ਤੁਹਾਡੇ ਪਿੰਡੋਂ ਵੀ ਹਨਾ ਆਪਣੇ ਆਹ ਜ਼ਿਮੀਂਦਾਰ ਕਿਸਾਨ ਗਏ ਜਾਂਦੇ ਗਏ ਹੋਏ ਨੇ। ਇਹ ਵੀ ਉੱਥੇ ਮਤਲਬ ਇਹ ਕਿਤੇ ਮੋਰਚੇ ਨੂੰ ਹਿਲਾਉਣ ਦੀਆਂ ਸਾਜ਼ਿਸ਼ਾਂ ਤਾਂ ਨਹੀਂ ਲੱਗਦੀਆਂ? ਉਹ ਜਿਹੜਾ ਲੱਗਿਆ ਹੋਇਆ ਇਹ ਤਾਂ ਪਰਮਾਤਮਾ ਨੂੰ ਪਤਾ ਹੁਣ ਕਿਆ ਕਹਿੰਦੇ ਨੇ ਕਰਦੇ ਨੇ, ਪਰ ਹੈ ਸਿਆਸਤ ਹੈ। ਸਾਥ ਹੀ ਹੈ ਜੀ, ਕੋਈ ਜਿੱਦਾਂ ਚੱਲਦਾ ਕੰਮ ਕਦੋਂ ਦਾ ਚੱਲਦਾ ਹੈ, ਕੋਈ ਸਾਥ ਵੱਲੇ ਚੱਲਦਾ ਨਾ। ਹੁੰਦਾ ਨਹੀਂ ਗੱਲ, ਕੋਈ ਸਾਥ ਵੱਲੇ ਚੱਲਦਾ ਜੀ ਇਹ ਕੰਮ। ਪਿਆਰੇ ਦਰਸ਼ਕੋ, ਤਸਵੀਰ ਦੇ ਦੂਸਰੇ ਪਾਸੇ ਦੀਆਂ ਇਹਨਾਂ ਤਸਵੀਰਾਂ ਦੇ ਨਾਲ ਹੀ ਤੁਹਾਨੂੰ ਛੱਡ ਚੱਲਦੇ ਹਾਂ। ਆਹ ਇੱਟਾਂ ਦੇਖ ਲਓ, ਆਹ ਚੁੱਲ੍ਹਾ ਦੇਖ ਲਓ ਜੀ ਜਿਹੜਾ ਠੰਡਾ ਪਿਆ, ਆਹ ਛੱਤ ਦੇਖ ਲਓ ਜਿਹੜੀ ਇੱਕ ਆਰਜੀ ਕਮਰਾ ਵੀ ਹੈ, ਆਰਜੀ ਰਸੋਈ ਵੀ ਹੈ। ਤੇ ਇਹ ਹਾਲਾਤ ਨੇ। ਅਮਨ ਸਿੰਘ ਜਿਹੜਾ ਇਸ ਵਕਤ ਚਰਚਾ ਦੇ ਵਿੱਚ ਹੈ। ਪਿੰਡ ਬੱਬਨਪੁਰ, ਮਾਤਾ ਪਿਤਾ ਨਾਲ ਤੁਹਾਨੂੰ ਗੱਲ ਕਰਾਈ। ਮਾਂ ਦੀਆਂ ਆਂਦਰਾਂ ਦਾ ਸੇਕ ਵੀ ਗੱਲਾਂ ਦੇ ਰਾਹੀਂ ਤੁਸੀਂ ਮਹਿਸੂਸ ਕਰ ਲਿਓ ਤੇ ਪਿਓ ਦੇ ਉਹ ਸਵਾਲ ਵੀ ਮਹਿਸੂਸ ਕਰ ਲਿਓ ਕਿ ਸਾਜ਼ਿਸ਼ ਵੀ ਹੈ, ਸਿਆਸਤ ਵੀ ਹੈ ਤੇ ਵੋਟਾਂ ਵੀ ਨੇ। ਧੰਨਵਾਦ।